ਅੱਜ ਅਸੀਂ ਦੋਸਤੋ ਗੱਲ ਕਰਾਂਗੇ ਪੇਡ ਕੰਟੈਂਟ ਦੇ ਉੱਤੇ ਗਵਰਨਮੈਂਟ ਜਿਹੜਾ ਆਪਣੇ ਹੱਕ ਦੇ ਵਿੱਚ ਕੰਪੇਨ ਚਲਾਉਂਦੀ। ਇਹਦੀ ਇੱਕ ਵਜ੍ਹਾ ਹੈਗੀ ਕਿ ਇੱਕ ਤਨਾਜ਼ਾ ਇੱਥੇ ਪੰਜਾਬ ਦੇ ਵਿੱਚ ਉੱਠ ਖਲੋਤਾ। ਜਿਹੜੀ ਪੰਜਾਬ ਗਵਰਨਮੈਂਟ ਹੈ, ਕਿਹਾ ਜਾਂਦਾ ਹੈ ਕਿ ਉਹਨੇ ਕੁਝ ਅਦਾਕਾਰ ਔਰ ਅਦਾਕਾਰਾਵਾਂ ਜਿਹੜੀਆਂ ਸਨ ਉਹਨਾਂ ਦੇ ਕੋਲੋਂ ਖਿਦਮਾਤ ਲਈਆਂ ਔਰ ਉਹਨਾਂ ਨੂੰ ਕਿਹਾ ਕਿ ਉਹ ਪੰਜਾਬ ਗਵਰਨਮੈਂਟ ਦੀ ਜਿਹੜੀ 100 ਦਿਨ ਦੀ ਕਾਰਕਰਦਗੀ ਹੈ ਉਹਨੂੰ ਚੰਗਾ ਬਣਾ ਕੇ ਲੋਕਾਂ ਨੂੰ ਦੱਸਣ। ਔਰ ਉਹ ਜਿਹੜੇ ਐਕਟਰਸਿਸ ਔਰ ਐਕਟਰ ਸਨ, ਮਾਡਲ ਸਨ, ਮਸ਼ਹੂਰ ਲੋਕ ਸਨ, ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਅਤੇ ਉਹਨਾਂ ਕੋਲੋਂ ਉਹ ਵੀਡੀਓ ਲਈਆਂ ਗਈਆਂ, ਬਣਵਾਈਆਂ ਗਈਆਂ ਅਤੇ ਫਿਰ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਪਾਇਆ ਗਿਆ। ਅੱਛਾ, ਜਦੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਆਈਆਂ ਅਤੇ ਇਹਦੇ ਉੱਤੇ ਲੋਕਾਂ ਦਾ ਜਿਹੜਾ ਰਿਐਕਸ਼ਨ ਸੀ ਉਹ ਬਹੁਤ ਸ਼ਦੀਦ ਆਇਆ। ਲੋਕਾਂ ਨੇ ਉਹਨਾਂ ਅਦਾਕਾਰ ਜਿਹੜੇ ਹੈਗੇ ਸਨ ਉਹਨਾਂ ਨੂੰ ਗਾਲਾਂ ਕੱਢੀਆਂ, ਬਹੁਤ ਸ਼ਦੀਦ ਰਿਐਕਟ ਕੀਤਾ। ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਚ ਜਿਹੜੇ ਇਹ ਸਰਸਬਜ਼ ਇੱਕ ਜੰਨਤ ਵਹਾਈ ਜਾ ਰਹੀ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਬਦ ਇੰਤਜ਼ਾਮੀ ਆਪਣੀ ਜਗ੍ਹਾ 'ਤੇ ਮੌਜੂਦ ਹੈ, ਕਰਪਸ਼ਨ ਆਪਣੀ ਜਗ੍ਹਾ 'ਤੇ ਮੌਜੂਦ ਹੈ, ਪੁਲਿਸ ਜ਼ਾਲਿਮਾਨਾ ਤੌਰ 'ਤੇ ਸ਼ਹਿਰੀਆਂ ਦੇ ਨਾਲ ਸਲੂਕ ਕਰਦੀ ਪਈ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਸਿਆਸੀ ਤੌਰ 'ਤੇ ਲੋਕਾਂ ਦੀ ਆਵਾਜ਼ਾਂ ਬੰਦ ਕੀਤੀਆਂ ਜਾ ਰਹੀਆਂ ਨੇ ਅਤੇ ਇਹ ਜਿਹੜੇ ਮਨਸੂਬੇ ਦੱਸੇ ਜਾ ਰਹੇ ਨੇ ਇਹਨਾਂ ਦਾ ਵੀ ਕਿਤੇ ਵਜੂਦ ਨਹੀਂ ਹੈਗਾ। ਅਤੇ ਖੈਰ ਇਹ ਲੋਕਾਂ ਦੀਆਂ ਜਦੋਂ ਗੱਲਾਂ ਆਈਆਂ ਅਤੇ ਉਹਨਾਂ ਨੂੰ ਫਿਰ ਮਜਬੂਰਨ ਸਾਰੇ ਜਿਹੜੇ ਵੀਡੀਓ ਰਿਕਾਰਡ ਕਰਾਉਣ ਵਾਲੇ ਲੋਕ ਸਨ ਉਹਨਾਂ ਨੂੰ ਕਮੈਂਟ ਸੈਕਸ਼ਨ ਜਿਹੜੇ ਨੇ ਆਪਣੇ ਉਹ ਬੰਦ ਕਰਨੇ ਪਏ। ਇਹਦੀ ਵਜ੍ਹਾ ਹੈ ਕਿ ਉਹ ਅਫੋਰਡ ਨਹੀਂ ਸੀ ਕਰ ਪਾ ਰਹੇ ਲੋਕਾਂ ਦਾ ਐਡਾ ਸ਼ਦੀਦ ਰੱਦ ਅਮਲ ਜਿਹੜਾ। ਹੁਣ ਇਹਦੇ ਉੱਤੇ ਕਿਹੜੇ ਕਿਹੜੇ ਲੋਕ ਸਨ ਜਿਨ੍ਹਾਂ ਨੇ ਵੀਡੀਓ ਰਿਕਾਰਡ ਕਰਾਈਆਂ। ਕੁਝ ਮਾਰੂਫ ਬੜੇ ਨਾਮ ਨੇ, ਮਸਲਨ ਯਾਸਰ ਹੁਸੈਨ ਨੇ, ਆਇਸ਼ਾ ਉਮਰ, ਬੁਲਬੁਲੇ ਵਾਲੇ ਜਿਹੜੇ ਬੜੀ ਮਸ਼ਹੂਰ ਖਾਤੂਨ, ਸਬੂਰ ਅਲੀ ਵੀ ਬਹੁਤ ਅੱਛੀ ਐਕਟਰਸ ਨੇ, ਸਨਮ ਸਈਦ, ਅਰਵਾ ਹੁਸੈਨ, ਮਿਕਾਲ ਜ਼ੁਲਫਕਾਰ, ਸਬਾ ਫੈਸਲ ਬੜੀ ਸੀਨੀਅਰ ਅਦਾਕਾਰਾ ਨੇ, ਆਇਮਾ ਬੇਗ ਅਤੇ ਜੁਨੇਦ ਅਕਰਮ ਅਤੇ ਸਜਲ ਅਲੀ, ਇਹ ਸਾਰੇ ਇਹਨਾਂ ਨੇ ਵੀਡੀਓਜ਼ ਰਿਕਾਰਡ ਕਰਾਈਆਂ। ਹੁਣ ਇਹਨਾਂ ਨੇ ਉਸ ਵੀਡੀਓਜ਼ ਦੇ ਵਿੱਚ ਕਿਹਾ ਕਿ ਇਹਨਾਂ ਨੇ ਉਹ ਕਿਹਾ ਕਿ ਜਨਾਬ ਜਿਹੜਾ ਪੰਜਾਬ ਹੈ ਇੱਥੇ ਮੁਫਤ ਦਵਾਈਆਂ ਮਿਲਣ ਲਈਆਂ ਨੇ। ਇਹ ਕਿਹਾ ਕਿਸੇ ਨੇ ਆਪਣੀ ਵੀਡੀਓ 'ਚ। ਕਿਸੇ ਨੇ ਇਹ ਕਿਹਾ ਕਿ ਏਅਰ ਐਂਬੂਲੈਂਸ ਜਿਹੜੀ ਹੈ ਇਹ ਇਹਦੀ ਸਹੂਲਤ ਬੜੀ ਸ਼ਾਨਦਾਰ ਹੈ। ਕਿਸੇ ਨੇ ਸਫਾਈ ਦੀ ਤਾਰੀਫ ਕੀਤੀ। ਕਿਸੇ ਨੇ ਕਿਹਾ ਕਿ ਜਿਹੜਾ ਪੰਜਾਬ ਹਕੂਮਤ ਨੇ ਕਿਸਾਨਾਂ ਵਾਸਤੇ ਪੈਕੇਜ ਦਿੱਤਾ ਹੈ ਨਾ ਉਹ ਬਹੁਤ ਅੱਛੀ ਗੱਲ ਹੈ। ਕਿਸੇ ਨੇ ਕਿਹਾ ਕਿ ਜਿਹੜਾ ਸੋਲਰ ਪੈਨਲਸ ਇਹ ਪੰਜਾਬ ਹਕੂਮਤ ਦੇ ਰਹੀ ਲੋਕਾਂ ਨੂੰ, ਇਹ ਬਹੁਤ ਅੱਛੀ ਗੱਲ ਹੈ। ਅਤੇ ਕਿਸੇ ਨੇ ਤਾਲੀਮ, ਡਿਜੀਟਲ ਸਕਿੱਲਸ ਸਿਖਾਉਣ ਦੀ ਤਾਰੀਫ ਕੀਤੀ ਇਹਨਾਂ ਪ੍ਰੋਜੈਕਟਸ ਦੀ। ਅੱਛਾ, ਪ੍ਰੈਕਟੀਕਲ ਗੱਲ ਇਹ ਵੀ ਕਿ ਇਹ ਸਾਰੇ ਜਿਹੜੇ ਪ੍ਰੋਜੈਕਟਸ ਨੇ ਇਹਨਾਂ ਦੇ ਇਫਤਤਾਹ ਤਾਂ ਰੋਜ਼ ਹੀ ਹੁੰਦੇ ਨੇ, ਹਰ ਰੋਜ਼ ਹੀ ਅਸੀਂ ਸੁਣਦੇ। ਔਰ ਇਹ ਮੈਂ ਉਸਮਾਨ ਬੁਜ਼ਦਾਰ ਦੇ ਦੌਰ 'ਚ ਹੀ ਵੇਖਿਆ ਸੀ। ਬਹੁਤ ਸਾਰੇ ਪ੍ਰੋਜੈਕਟ ਸਨ, ਰੋਜ਼ ਹੀ ਉਸਮਾਨ ਬੁਜ਼ਦਾਰ ਵੱਲੋਂ ਅਨਾਊਂਸ ਹੁੰਦਾ ਸੀ ਕਿ ਇਹ ਪ੍ਰੋਜੈਕਟ ਕਰਦਾ ਹੈ, ਲੇਕਿਨ ਜ਼ਮੀਨ 'ਤੇ ਕਿਤੇ ਨਜ਼ਰ ਨਹੀਂ ਸੀ ਆਉਂਦਾ। ਮੇਰਾ ਖਿਆਲ ਹੈ ਕਿ ਮਰੀਮ ਨਵਾਜ਼ ਦੇ ਇਰਦ ਗਿਰਦ ਜਿਹੜੇ ਲੋਕ ਨੇ, ਬਿਊਰੋਕਰੇਸੀ ਕਹਿ ਲਵੋ ਜਾਂ ਉਹਨਾਂ ਦੇ ਮੁਸ਼ੀਰ ਕਹਿ ਲਵੋ, ਉਹ ਉਹਨਾਂ ਨੂੰ ਉਸੇ ਟਰੈਕ 'ਤੇ ਰੱਖਣ ਦੇ ਨੇ। ਮੁਮਕਿਨ ਹੈ ਉਹ ਪੰਜਾਬ ਵਾਸਤੇ ਬਹੁਤ ਅੱਛਾ ਕੰਮ ਕਰ ਜਾਣ, ਕਰ ਵੀ ਸਕਦੀਆਂ ਨੇ, ਉਹਨਾਂ ਦੀ ਫੈਮਿਲੀ ਨੂੰ ਤਜਰਬਾ ਹੈ ਪੰਜਾਬ ਨੂੰ ਸਰਵ ਕਰਨ ਦਾ। ਲੇਕਿਨ ਇਹ ਜਿਹੜੇ ਪ੍ਰੋਜੈਕਟ ਜਿਸ ਤਰ੍ਹਾਂ ਦੱਸੇ ਜਾ ਰਹੇ ਨੇ ਨਾ ਵਧਾ ਕੇ, ਇਹਦੇ ਨਾਲ ਉਹਨਾਂ ਦੀ ਪੋਲੀਟੀਕਲ ਸਾਖ ਜਿਹੜੀ ਹੈ ਉਹ ਪਹਿਲੇ ਨਾਲੋਂ ਖਰਾਬ ਹੋਏਗੀ, ਯਕੀਨਨ ਖਰਾਬ ਹੋਏਗੀ। ਕਿਉਂਕਿ ਲੋਕਾਂ ਨੂੰ ਉਹ ਨਜ਼ਰ ਨਹੀਂ, ਜਦੋਂ ਚੀਜ਼ਾਂ ਆਉਣਗੀਆਂ ਜਿਨ੍ਹਾਂ ਦੇ ਦਾਅਵੇ ਕੀਤੇ ਜਾਣਗੇ ਅਤੇ ਫਿਰ ਲੋਕ ਬੁਰੀ ਤਰ੍ਹਾਂ ਉਹਨੂੰ ਰਿਐਕਟ ਕਰਨਗੇ ਉਹਦੇ ਉੱਤੇ। ਅਤੇ ਫਨਕਾਰਾਂ ਦੇ ਵੀ ਆਪਣੀ ਸਤ੍ਹਾ ਦੇ ਉੱਤੇ ਉਹਨਾਂ ਦਾ ਜਿਹੜਾ ਸੀ ਰੱਦ ਅਮਲ ਆਇਆ। ਉਹਨਾਂ ਨੇ ਕਿਹਾ ਜੀ ਕਿ ਅਸੀਂ ਤਾਂ ਐਕਟਰ ਹੈਗੇ ਹਾਂ, ਜਿਵੇਂ ਇਸ਼ਤਿਹਾਰਾਂ 'ਚ ਕੰਮ ਕਰੀਦਾ ਸੀ ਇੰਝ ਹੀ ਇਹਨੂੰ ਇਸ਼ਤਿਹਾਰ ਸਮਝ ਕੇ ਅਸੀਂ ਕੰਮ ਕੀਤਾ। ਸਾਨੂੰ PR ਕੰਪਨੀ ਨੇ ਅਪਰੋਚ ਕੀਤਾ ਔਰ ਉਹਨਾਂ ਨੇ ਕਿਹਾ ਜੀ ਕਿ ਇਹ ਰਿਕਾਰਡ ਕਰਾਉਣਾ ਅਤੇ ਅਸੀਂ ਰਿਕਾਰਡ ਕਰਾ ਦਿੱਤਾ। ਫਿਰ ਲੋਕਾਂ ਨੇ ਉਹਨਾਂ ਕੋਲ ਪੁੱਛਿਆ, ਜਰਨਲਿਸਟਾਂ ਨੇ, ਕਿ ਇਹ ਜਿਹੜਾ ਕੁਝ ਤੁਸੀਂ ਪੈਗਾਮ ਰਿਕਾਰਡ ਕਰਾਇਆ ਇਹਦੇ ਪੈਸੇ ਤੁਹਾਨੂੰ ਮਿਲ ਗਏ ਨੇ ਜਾਂ ਹਾਲੇ ਲੈਣੇ ਨੇ? ਅਤੇ ਉਹ ਜਵਾਬ ਆਇਆ ਕਿ ਜਨਾਬ ਅਸੀਂ ਇਹ ਤਾਂ ਨਹੀਂ ਸ਼ਾਇਦ ਦੱਸ ਸਕਾਂਗੇ, ਪਰ ਇਹ ਜ਼ਰੂਰ ਹੈ ਕਿ ਇਹ ਪੇਡ ਕੰਟੈਂਟ ਹੈਗਾ, ਯਾਨੀ ਇਹਦਾ ਮੁਆਵਜ਼ਾ ਜਿਹੜਾ ਹੈ ਉਹ ਮਿਲਦਾ ਹੈ ਜੋ ਕੁਝ ਅਸੀਂ ਇਹਨੂੰ ਕਿਹਾ। ਇਸ ਵਾਸਤੇ ਇਹਨੂੰ ਕੋਈ ਫੀ ਸਬੀਲਿਲ੍ਲਾਹ ਤਾਰੀਫ ਜਾਂ ਕੋਈ ਰਜ਼ਾਕਾਰਾਨਾ ਕਿਸਮ ਦੀ ਵੀਡੀਓਜ਼ ਨਾ ਸਮਝੀਆਂ ਜਾਣ, ਅਤੇ ਇਹ ਉਹਨਾਂ ਨੇ ਕਿਹਾ। ਅੱਛਾ, ਇਹਦੇ ਉੱਤੇ ਫਿਰ ਜਦੋਂ ਲੋਕਾਂ ਨੇ ਪੁੱਛਿਆ ਪੰਜਾਬ ਦੀ ਵਜ਼ੀਰ ਇਤਲਾਤ ਨੂੰ ਕਿ ਜਨਾਬ ਇਹ ਤੁਸੀਂ ਪੇਡ ਕੰਟੈਂਟ ਕਰਵਾ ਰਹੇ, ਅਤੇ ਉਹ ਮੁੱਕਰ ਹੀ ਗਈਆਂ। ਉਹਨਾਂ ਨੇ ਕਿਹਾ ਜੀ ਕਿ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਕਿ ਪੇਡ ਕੰਟੈਂਟ ਹੈਗਾ, ਇਹ ਤਾਂ ਹੈ ਹੀ ਨਹੀਂ। ਲੋਕ ਤਾਂ ਆਪੇ ਹੀ ਵੇਖਦੇ ਨੇ ਆ ਕੇ ਪੰਜਾਬ ਦੇ ਵਿੱਚ ਤਰੱਕੀ ਔਰ ਅਮਨ
ਔਰ ਬਿਹਤਰੀ ਤੇ ਉਹ ਫਿਰ ਵੀਡੀਓ ਰਿਕਾਰਡ ਕਰਾਈ ਜਾਂਦੇ ਨੇ। ਇਹ ਪੰਜਾਬ ਦੀ ਵਜ਼ੀਰ ਇਤਲਾਤ ਦਾ ਕਹਿਣਾ ਹੈ। ਔਰ ਹੈਰਤ ਹੁੰਦੀ ਹੈ ਕਿ ਇੱਕ ਪਾਸੇ ਜਿਹੜਾ ਲੈਣ ਵਾਲਾ ਹੈ ਉਹ ਤਾਂ ਕਹਿ ਰਿਹਾ ਕਿ ਇਹ ਪੇਡ ਕੰਟੈਂਟ ਹੈ, ਤੇ ਕੋਈ ਪੇ ਤਾਂ ਕਰ ਰਿਹਾ ਨਾ ਉਹਨਾਂ ਨੂੰ। ਔਰ ਇਹ ਕੋਈ ਮੁਸ਼ਕਿਲ ਵੀ ਨਹੀਂ ਹੈਗਾ ਪਤਾ ਕਰਵਾਉਣਾ ਕਿ ਕਿੰਨੇ ਪੇ ਕੀਤਾ ਹੈ ਅਤੇ ਕਿਸ ਤਰ੍ਹਾਂ ਪੇ ਕੀਤਾ, ਜਾਂ ਕਿਸ ਤਰ੍ਹਾਂ ਉਹਨਾਂ ਨਾਲ ਡੀਲ ਕੀਤੀ ਸੀ ਪੇ ਕਰਨ ਦੀ। ਸੋ ਇਹ ਗੱਲ ਹੈ ਕਿ ਇਹ ਜਦੋਂ ਇਸ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿ ਸਾਹਮਣੇ ਤੁਹਾਡੇ ਇੱਕ ਹਕੀਕਤ ਹੁੰਦੀ ਹੈ ਔਰ ਉਹਨੂੰ ਤੁਸੀਂ ਝੁਠਾ ਰਹੇ ਹੁੰਦੇ ਜੇ, ਅਤੇ ਫਿਰ ਤੁਹਾਡੀ ਸਾਖ ਬਾਕੀ ਨਹੀਂ ਰਹਿੰਦੀ ਹੈਗੀ। ਅਤੇ ਜਿਹੜੇ ਸਿਆਸਤਦਾਨ ਨੇ ਸਾਡੇ, ਇਹਨਾਂ ਨੇ ਤਾਂ ਆਲਰੇਡੀ ਆਪਣੀ ਸਾਖ ਮੁਕਾਈ ਹੋਈ। ਲੋਕ ਇਹਨਾਂ ਦੀ ਕਿਸੇ ਗੱਲ 'ਤੇ ਇਤਬਾਰ ਨਹੀਂ ਕਰਦੇ। ਔਰ ਇਹਨਾਂ ਨੇ ਜਿਹੜੇ ਹਕੂਮਤਾਂ ਨੇ, ਇਮਰਾਨ ਖਾਨ ਆਏ ਸਨ ਅਤੇ ਉਹਨਾਂ ਨੇ ਵੀ ਕਿਹਾ ਸੀ ਕਿ ਜਨਾਬ ਮੈਂ ਬੱਚਤ ਕਰਾਂਗਾ, ਗਵਰਨਮੈਂਟ ਨੂੰ ਕਮ ਖਰਚ ਦੇ ਉੱਤੇ ਰੱਖਾਂਗਾ। ਕੁਝ ਦਿਨ ਉਹਨਾਂ ਨੇ ਇੰਝ ਕੀਤਾ ਵੀ, ਲੇਕਿਨ ਉਸ ਤੋਂ ਬਾਅਦ ਅਸੀਂ ਵੇਖਿਆ ਕਿ ਉਹੀ ਚੱਲਣ ਪਹਿਲੇ ਵਾਲਾ ਹੀ ਹੋ ਗਿਆ। ਇਹ ਜਦੋਂ PDM ਗਵਰਨਮੈਂਟ ਆਈ ਸੀ ਅਤੇ ਉਹਨਾਂ ਨੇ ਵੀ ਉਦੋਂ ਕਿਹਾ ਕਿ ਮੁਲਕ ਦੀ ਹਾਲਤ ਬੜੀ ਖ਼ਰਾਬ ਹੈ, ਅਸੀਂ ਸਾਦਗੀ ਦੇ ਨਾਲ ਆਪਣੀ ਕਬੀਨਾ ਬਣਾਵਾਂਗੇ ਅਤੇ ਉਹਨਾਂ ਦੇ ਅਖਰਾਜਾਤ ਘੱਟ ਹੋਣਗੇ, ਬਿਊਰੋਕਰੇਸੀ ਦਾ ਖਰਚਾ ਘੱਟ ਕਰਾਂਗੇ ਵਗੈਰਾ ਵਗੈਰਾ। ਕੁਝ ਵੀ ਨਹੀਂ ਹੋਇਆ। ਹੁਣ ਮੁਸਲਿਮ ਲੀਗ ਨੂਨ ਦੀ ਹਕੂਮਤ ਹੈ ਔਰ ਉਹਦੇ ਨਾਲ ਇਤਿਹਾਦੀ ਪੀਪਲਜ਼ ਪਾਰਟੀ ਸ਼ਾਮਲ ਹੈ ਇਕਤਦਾਰ ਦੇ ਵਿੱਚ। ਲੇਕਿਨ ਇਸ ਹਕੂਮਤ ਦੇ ਵਿੱਚ ਵੀ ਜੋ ਮਈਸ਼ਤ ਲੋਕਾਂ ਨੂੰ ਦੱਸੀ ਜਾਂਦੀ ਹੈ ਉਹਦੀ ਹਾਲਤ ਖ਼ਰਾਬ ਹੈ, ਉਹਦਾ ਅਹਿਸਾਸ ਸਾਨੂੰ ਹਕੂਮਤੀ ਹਲਕਿਆਂ ਦੇ ਵਿੱਚ ਨਜ਼ਰ ਨਹੀਂ ਆਉਂਦਾ। ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਜਨਾਬ ਮਰਨ ਡਏ ਹਾਂ, ਸਾਡੇ ਕੋਲ ਅਸੀਂ ਜੇ ਕਰਜ਼ ਨਾ ਲਿਆ ਤਾਂ ਸਾਡਾ ਗੁਜ਼ਾਰਾ ਨਹੀਂ। ਅਤੇ ਇਹਨਾਂ ਦੇ ਪ੍ਰੋਟੋਕੋਲਸ ਦੇ ਉੱਤੇ 66 ਗੱਡੀਆਂ, 50 ਗੱਡੀਆਂ ਉਹ ਨਾਲ ਹੁੰਦੀਆਂ ਵੱਡੀਆਂ, ਉਹਨਾਂ ਦਾ ਪੈਟਰੋਲ, ਉਹਨਾਂ ਦਾ ਸਟਾਫ, ਉਹ ਸਾਰਾ ਕੁਝ ਜਿਹੜੇ ਮੂਵਮੈਂਟ ਦੇ ਉੱਤੇ ਖਰਚ ਹੁੰਦਾ ਹੈ, ਗਾਰਡ ਸ਼ਾਰਡ ਸਾਰੇ, ਉਹ ਜ਼ਰਾ ਹਿਸਾਬ ਕਰੀਏ ਨਾ ਤਾਂ ਇੱਕ ਦਿਨ ਦਾ ਕਈ ਕਰੋੜ ਰੁਪਇਆ ਬਣਦਾ ਹੈ। ਅਤੇ ਇਸੇ ਤਰ੍ਹਾਂ ਹੀ ਇਹਨਾਂ ਦੇ ਦਫ਼ਤਰਾਂ ਦੇ ਖਰਚੇ, ਇਹਨਾਂ ਦੇ ਸਰਕਾਰੀ ਖਾਤੇ ਦੇ ਵਿੱਚੋਂ ਜਦੋਂ ਹਕੂਮਤ 'ਚ ਵਜ਼ੀਰ, ਵਜ਼ੀਰ ਆਲਾ, ਵਜ਼ੀਰ ਆਜ਼ਮ ਬਣਦੇ ਨੇ ਅਤੇ ਇਹਨਾਂ ਦੇ ਜ਼ਾਤੀ ਘਰਾਂ ਦੇ ਉਦੋਂ ਕੰਮ ਨਿਕਲ ਆਉਂਦੇ ਨੇ। ਫਰਨੀਚਰ ਨਵਾਂ ਮੰਗਵਾਉਣਗੇ, ਵਜ਼ੀਰ ਆਜ਼ਮ ਹਾਊਸ ਕਰਾਰ ਦੇ ਦੇਣਗੇ, ਵਜ਼ੀਰ ਆਲਾ ਹਾਊਸ ਕਰਾਰ ਦੇ ਦੇਣਗੇ ਆਪਣੇ ਘਰ ਨੂੰ, ਉਹਦਾ ਫਰਨੀਚਰ ਸਰਕਾਰੀ ਖਾਤੇ 'ਚ ਆ ਜਾਏਗਾ। ਉਹਦੀ ਦੀਵਾਰਾਂ ਬਣਾਉਣੀਆਂ ਸ਼ੁਰੂ ਕਰ ਦੇਣਗੇ, ਉੱਥੇ ਕੋਈ ਨਵੀਂ ਬਿਲਡਿੰਗ ਬਣਾਉਣੀ ਸ਼ੁਰੂ ਕਰ ਦੇਣਗੇ ਵਜ਼ੀਰ ਆਲਾ ਆਫਿਸ ਦੇ ਨਾਂ 'ਤੇ, ਜਾਂ ਵਜ਼ੀਰ ਆਜ਼ਮ ਆਫਿਸ ਦੇ ਨਾਂ 'ਤੇ, ਜਾਂ ਵਜ਼ੀਰ ਦੇ ਕੋਈ ਜ਼ਰੂਰਤ ਦੇ ਨਾਂ 'ਤੇ। ਇਹ ਸਰਕਾਰੀ ਖਜ਼ਾਨੇ ਦੇ ਉੱਤੇ ਉਹ ਸਿਲਸਿਲਾ ਹੁਣ ਵੀ ਉਂਝ ਹੀ ਜਾਰੀ। ਇੱਕ ਵੀਡੀਓ ਗਰਦਿਸ਼ ਕਰ ਰਹੀ ਹੈ ਜਾਤੀ ਉਮਰਾਂ ਦੇ ਕਰੀਬ ਕਿ ਉੱਥੇ ਜਨਾਬ ਮਰੀਮ ਨਵਾਜ਼ ਸਾਹਿਬਾ ਜਿਹੜੀਆਂ ਨੇ ਉਹ ਕੋਈ ਆਪਣਾ ਦਫ਼ਤਰ ਬਣਾ ਰਹੀਆਂ ਨੇ। ਉਹ ਹੁਣ ਉਹ ਦਫ਼ਤਰ ਉਹਨਾਂ ਦੇ ਪੈਸਿਆਂ 'ਚ ਬਣ ਰਿਹਾ ਹੈ, ਸਰਕਾਰ ਦੇ ਖਾਤੇ 'ਚ ਬਣ ਰਿਹਾ ਹੈ। ਉਹ ਲੇਕਿਨ ਉਹ ਬਿਲਡਿੰਗ ਵੇਖਿਆ ਹੋਸ਼ ਗੁੰਮ ਹੋ ਜਾਂਦੇ ਨੇ ਕਿ ਐਡਾ ਵੱਡਾ ਦਫ਼ਤਰ, ਉਹ ਤਾਂ ਕੋਈ ਮਹਿਲਾਂ ਦੀ ਕੋਈ ਸੀਰੀਜ਼ ਹੈਗੀ, ਇੱਕ ਨਹੀਂ ਹੈਗੀ, ਕੋਈ ਸੀਰੀਜ਼ ਹੈਗੀ ਮਹਿਲਾਂ ਦੀ। ਅਤੇ ਐਡੀ ਵੱਡੀ ਬਿਲਡਿੰਗ, ਉਹਦਾ ਖਰਚਾ ਕੌਣ ਚੁੱਕ ਰਿਹਾ, ਕਿੱਥੋਂ ਲਿਆ ਜਾ ਰਿਹਾ? ਇਹ ਗੱਲਾਂ ਆਪਣੀ ਜਗ੍ਹਾ 'ਤੇ। ਫਿਰ ਲੋਕ ਸਵਾਲ ਤਾਂ ਕਰਨਗੇ ਕਿ ਇਹ ਤੁਸੀਂ ਜਿਹੜੀ ਕਾਰਕਰਦਗੀ ਸਾਨੂੰ ਦੱਸ ਰਹੇ ਜੇ ਉਹ ਤਾਂ ਸਾਨੂੰ ਨਜ਼ਰ ਨਹੀਂ ਆਉਂਦੀ ਪਈ, ਅਤੇ ਇਹਦੀ ਬਜਾਏ ਤੁਹਾਡੇ ਜਿਹੜੇ ਖਰਚੇ ਨੇ ਉਹ ਪਹਿਲੇ ਨਾਲੋਂ ਵੀ ਵਧੇ ਨੇ। ਆਮ ਲੋਕਾਂ ਨੂੰ ਤੁਸੀਂ ਕਰਨ ਡਏ ਕਿ ਮਰ ਗਏ। ਅਤੇ ਇਹ ਵਾਲੀ ਜਿਹੜੀ ਦੋ ਅਮਲੀ ਹੈ ਔਰ ਤਸਵੀਰ ਨੂੰ ਦੋ ਤਰ੍ਹਾਂ ਵਿਖਾਉਣਾ, ਗਰੀਬਾਂ ਵਾਸਤੇ ਹੋਰ ਔਰ ਆਪਣੇ ਵਾਸਤੇ ਹੋਰ, ਇਹਦੇ ਨਾਲ ਜਨਾਬ ਲੋਕ ਕਿਵੇਂ ਯਕੀਨ ਕਰਨਗੇ ਕਿ ਤੁਸੀਂ ਇਹ ਕਰਾਚੀ ਦੇ ਆਰਟਿਸਟਾਂ ਨੂੰ 80% ਉਹ ਆਰਟਿਸਟ ਕਰਾਚੀ ਦੇ ਨੇ ਜਿਨ੍ਹਾਂ ਨੇ ਵੀਡੀਓ ਰਿਕਾਰਡ ਕਰਾਈ, ਉਹਨਾਂ ਵਿਚਾਰਿਆਂ ਨੂੰ ਕੀ ਪਤਾ ਕਿ ਲਾਹੌਰ ਔਰ ਪੰਜਾਬ ਦੇ ਵਿੱਚ ਕੀ ਸੂਰਤ ਹਾਲ ਹੈ, ਇੱਥੇ ਕਿਸਾਨਾਂ ਦੀ ਕੀ ਹਾਲਤ ਹੈ, ਉਹਨਾਂ ਦੀ ਗੰਦਮ ਨਹੀਂ ਖਰੀਦੀ ਗਈ ਔਰ ਉਹ ਕੀ ਮਰਨ ਡਏ ਨੇ। ਉਹਨਾਂ ਨੂੰ ਕੀ ਪਤਾ ਕਿ ਇੱਥੇ ਪੈਟਰੋਲ ਡੀਲਰ ਜਿਹੜੇ ਨੇ ਉਹਨਾਂ ਹੜਤਾਲ ਕੀਤੀ ਅਤੇ ਉਹਨਾਂ ਦੀ ਤੁਸੀਂ ਗੱਲ ਮੰਨ ਲਈ। ਉਹਨਾਂ ਨੂੰ ਕੀ ਪਤਾ ਕਿ ਇੱਥੇ ਵੱਡੇ ਵੱਡੇ ਜਿਹੜੇ ਮਾਫੀਆਜ਼ ਨੇ ਉਹ ਹਕੂਮਤ ਕੋਲ ਗੱਲ ਮਨਵਾ ਲੈਂਦੇ ਨੇ, ਪਰ ਗਰੀਬ ਤਬਕਾਤ ਜਿਹੜੇ ਨੇ ਉਹ ਆਪਣੇ ਬਿੱਲ ਚੁੱਕ ਕੇ ਲੱਗੇ ਫਿਰਦੇ ਨੇ ਔਰ ਉਹਨਾਂ ਦੇ ਬਿੱਲ ਦੀ ਨਾ ਕੋਈ ਕਰੈਕਸ਼ਨ ਕਰਦਾ ਹੈ, ਨਾ ਦਰੁਸਤੀ ਕਰਦਾ ਹੈ। ਸਿਰਫ ਨਾਅਰੇ ਲਾਏ ਜਾਂਦੇ ਨੇ ਕਿ ਜਨਾਬ ਅਸੀਂ ਕੰਪਨੀਆਂ ਦੇ ਖਿਲਾਫ ਇਹ ਕਰ ਦਿਆਂਗੇ, ਜਿਹਨੇ ਜ਼ਿਆਦਾ ਬਿੱਲ ਪਾਏ ਅਸੀਂ ਉਹਦੇ ਖਿਲਾਫ ਇੰਝ ਕਰ ਦਿਆਂਗੇ। ਅਤੇ ਇਹ ਜਨਾਬ ਪੰਜਾਬ ਬਿਹਤਰ ਬੂਤਰ ਕੋਈ ਨਹੀਂ ਜੇ, ਪੰਜਾਬ ਬੁਜ਼ਦਾਰ ਦੇ ਦੌਰ 'ਚ ਜ਼ਿੰਦਾ ਜੇ ਔਰ ਸਾਨੂੰ ਇੱਕ ਖਾਤੂਨ ਬੁਜ਼ਦਾਰ ਮਿਲ ਗਈ। ਜੀਂਦੇ ਰਹੋ, ਵਸਦੇ ਰਹੋ।